ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜੋ ਪਹਿਲਾ ਅਹਿਮ ਇਸ਼ੂ ਸੀ ਪਹਿਲੇ ਸੈਗਮੈਂਟ ਵਿੱਚ ਉਹ ਇਹ ਸੀ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲਣ ਦੇ ਫੈਸਲਾ ਕਰਨ ਤੇ ਪਾਕਿਸਤਾਨ ਦਾ ਧੰਨਵਾਦ। ਸੋ ਡਾਕਟਰ ਸਾਹਿਬ ਨੇ ਇਸ ਦੇ ਉੱਪਰ ਬਹੁਤ ਹੀ ਵਧੀਆ ਆਪਣੇ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਹੁਣ ਅਗਲਾ ਇਸ਼ੂ ਹੈ ਉਸ ਉੱਪਰ ਡਾਕਟਰ ਸਾਹਿਬ ਨੂੰ ਉਹਨਾਂ ਦੇ ਆਪਾਂ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कश्मीर जी ਅੱਜ 43ਵਾਂ ਦਿਨ ਔਰ ਉਵੇਂ ਹੀ ਕਸ਼ਮੀਰ ਸੜ ਰਿਹਾ। ਬਿਲਕੁਲ ਨੋ ਡਾਊਟ। ਇਹਨਾਂ ਦੀਆਂ ਆਪਣੀਆਂ ਨਿਊਜ਼ ਏਜੰਸੀਜ਼ ਵੀ ਭਾਵੇਂ ਝੂਠ ਵੀ ਇਨਸਰਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਜੀ ਪਰ ਹੈਡਲਾਈਨਸ ਉਹਨਾਂ ਦੀ ਵੀ ਇਹੀ ਹੈ ਕਿ ਨਾਰਮਲ ਲਾਈਫ ਡੋਂਟ ਰਿਟਰਨਸ ਟੂ ਕਸ਼ਮੀਰ ਕਿਉਂਕਿ ਜਿੰਨੀ ਵੀ ਥੋੜੀ ਬਹੁਤ ਓਪਨਨੈਸ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਨਾਲ ਹੋਰ ਵੀ ਜੋ ਕੁਛ ਇਹਨਾਂ ਦੀਆਂ ਬੰਦਸ਼ਾਂ ਉੱਥੇ ਨੇ ਉਹ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ। ਔਰ ਅੱਜ ਘੱਟੋ ਘੱਟ ਮੈਂ 15 ਸਟੋਰੀਜ਼ ਡਿਫਰੈਂਟਲੀ ਕੱਢੀਆਂ ਨੇ ਔਰ ਉਹਦੇ ਵਿੱਚ ਲੇਟੈਸਟ ਆਰਟੀਕਲ ਜਿਹੜੇ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਈਵਨ ਇਹਨਾਂ ਦੇ ਆਪਣੇ ਇੰਡੀਆ ਟੁਡੇ ਔਰ ਉਹਨਾਂ ਨੇ ਵੀ ਛਾਪੇ। ਉਹ ਤਾਂ ਡਿਫਰੈਂਟ ਉਹਨੂੰ ਸ਼ਕਲ ਦੇ ਕੇ ਛਾਪਦੇ ਨੇ। ਔਰ ਈਵਨ ਅਮਰੀਕਨ ਕਾਂਗਰਸ ਦੇ ਵਿੱਚ ਕਾਂਗਰਸ ਵੂਮਨ ਜਿਹੜੇ ਮਿਸ਼ੀਗਨ ਤੋਂ ਨੇ ਬੀਬੀ ਉਹਨਾਂ ਦੀ ਬੜੀ ਵੋਕਲ ਆਵਾਜ਼ ਔਰ ਹੋਰ ਵੀ ਜਿਹੜੀ ਹੈ ਫਰੰਟਸ ਤੇ ਜਿਹੜੀ ਹੈ ਗੱਲਬਾਤ ਇਸ ਬਾਰੇ ਆ ਰਹੀ ਹੈ। ਲੇਕਿਨ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਕਿ ਵੀ ਤੁਹਾਡੀਆਂ ਹੋਪਸ ਜਿਹੜੀਆਂ ਉਦੋਂ ਡੈਸ਼ ਹੁੰਦੀਆਂ ਟੂ ਦਾ ਗਰਾਊਂਡ ਕਿ ਅਲਟੀਮੇਟਲੀ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਯੂਨਾਈਟਿਡ ਸਟੇਟਸ ਮੇਨ ਡਿਸਾਈਡਿੰਗ ਫੈਕਟਰ ਹੈ ਜਦੋਂ ਵੀ ਕੋਈ ਇੰਟਰਨੈਸ਼ਨਲ ਇਸ ਕਿਸਮ ਦੀ ਗੱਲ ਹੁੰਦੀ ਹੈ। ਔਰ ਇੰਡੀਆ ਦੇ ਮਾਮਲੇ 'ਚ ਕਿਵੇਂ ਟਰੰਪ ਜੇ ਮੋਦੀ ਦੇ ਨਾਲ ਉੱਥੇ ਸ਼ੋਅ ਹੋਏਗਾ, ਹਾਲਾਂਕਿ ਮੈਂ ਉਹਦੀ ਪੋਜ਼ਿਟਿਵ ਨੋਟ ਦੇਖਦਾ ਵੀ ਚਲੋ ਨਾਲੇ ਅਮਰੀਕਨ ਮੀਡੀਆ ਵੀ ਦੇਖੇਗਾ ਵੀ ਸਿੱਖ ਔਰ ਕਸ਼ਮੀਰੀ ਕਿਵੇਂ ਇਸ ਨਾਜ਼ੀ ਮੋਦੀ ਦੇ ਵਿਰੋਧ 'ਚ ਖਲੋਤੇ ਨੇ। ਪਰ ਜੇ ਤੁਸੀਂ ਸੀਰੀਅਸਲੀ ਸੋਚਦੇ ਹੋ ਫਿਰ ਲੱਗਦਾ ਹੈ ਵੀ ਕੋਈ ਇਨਸਾਨੀ ਜ਼ਿੰਦਗੀ ਦੀ ਕਿਸੇ ਨੂੰ ਕੋਈ ਕੀਮਤ ਨਹੀਂ। 80 ਲੱਖ ਲੋਕ ਪਿਛਲੇ 43 ਦਿਨਾਂ ਤੋਂ ਮੌਤ ਦੇ ਮੂੰਹ 'ਚ ਧੱਕੇ ਹੋਏ ਨੇ, ਬਿਮਾਰੀਆਂ ਨਾਲ ਮਰ ਰਹੇ ਨੇ। ਬੱਚੇ ਜਿਹੜੇ ਨੇ ਉਹ ਵਿਦਆਊਟ ਸਕੂਲ, ਵਿਦਆਊਟ ਫੂਡ, ਮਿਲਕ। ਔਰ ਤੁਸੀਂ ਨਫ਼ਰਤ ਦੇਖੋ, ਹੁਣ ਇਹ ਸਮਝ ਆ ਰਹੀ ਹੈ। ਅਸੀਂ ਤਾਂ ਖੈਰ ਜੂਨ 84 ਤੋਂ ਬਾਅਦ ਸਿੱਖਾਂ ਦੇ ਨਾਲ ਕਿਸ ਕਦਰ ਨਫ਼ਰਤ ਭਾਰਤ ਭਰ ਦੇ ਵਿੱਚ ਸੀ ਔਰ ਨਵੰਬਰ 84 ਨੂੰ ਕੀ ਕੀਤਾ ਔਰ ਉਦੋਂ ਆਮ ਲਤੀਫੇ ਜਿਹੜੇ ਅੱਜ ਉਹੀ ਚੀਜ਼ਾਂ ਜਿਹੜੀਆਂ ਨੇ ਵਾਪਸ ਘੁੰਮਾ ਕੇ ਆ ਰਹੀਆਂ ਨੇ। ਉਦੋਂ ਇੱਕ ਜਿਹੜੀ ਗੱਲ ਬੜੀ ਕਾਮਨ ਘੁੰਮ ਰਹੀ ਸੀ, ਅੱਜ ਮੈਂ ਕਸ਼ਮੀਰੀ ਔਰ ਮੁਸਲਮਾਨਾਂ ਦੇ ਹਵਾਲੇ ਨਾਲ ਇੰਡੀਅਨ ਮੁਸਲਮਾਨਾਂ ਨੂੰ ਸੱਪ ਕਹਿ ਕੇ ਕਿਸੇ ਨੇ ਲਿਖਦਿਆਂ ਇਹ ਗੱਲ ਕਹੀ ਤੇ ਮੈਨੂੰ ਇੱਕਦਮ ਜਿਹੜੀ ਹੈ ਉਹ 30 ਸਾਲ ਪੁਰਾਣੀ ਗੱਲ ਯਾਦ ਆਈ। ਮੈਂ ਕਿਹਾ ਕਿ ਉਦੋਂ ਇੱਕ ਚੀਜ਼ ਜਿਹੜੀ ਉਦੋਂ ਹਾਲਾਂਕਿ ਸੋਸ਼ਲ ਮੀਡੀਆ ਇੰਨਾ ਨਹੀਂ ਸੀ ਪਰ ਜਿਹੜੇ ਇਹਨਾਂ ਦੇ ਜਿੱਥੇ ਜੋਕਸ ਹੁੰਦੇ ਨੇ ਜਾਂ ਦੂਜਾ ਉਹਦੇ 'ਚ ਸੀ ਕਿ ਜੀ ਇੱਕ ਹਿੰਦੂ ਸੱਜਣ ਜਿਹੜਾ ਕਿ ਇੱਕ ਮੀਟਿੰਗ ਦੇ ਵਿੱਚ ਉਹਨੇ ਆਉਣਾ ਸੀ, ਉਹ ਲੇਟ ਹੋ ਗਿਆ ਔਰ ਉਹਨਾਂ ਨੇ ਜਦੋਂ ਲੇਟ ਆਇਆ ਤਾਂ ਉਹਨੂੰ ਕਿਹਾ ਵੀ ਕੀ ਸੀ, ਕਹਿੰਦਾ ਜੀ ਮੈਨੂੰ ਇੱਕ ਸਮੱਸਿਆ ਆ ਗਈ ਸੀ ਕਿ ਮੈਂ ਜਦੋਂ ਘਰੋਂ ਨਿਕਲਣ ਹੀ ਲੱਗਾ ਤੇ ਇੱਕ ਸੱਪ ਵੀ ਖੜਾ ਸੀ ਰਸਤੇ 'ਚ ਤੇ ਇੱਕ ਸਿੱਖ ਵੀ ਆ ਗਿਆ। ਉਹ ਕਹਿੰਦਾ ਫਿਰ ਤੂੰ ਕੀ ਕੀਤਾ? ਕਹਿੰਦਾ ਮੈਂ ਕਿਹਾ ਜੀ ਸੱਪ ਦਾ ਤਾਂ ਕੋਈ ਨਹੀਂ, ਇਹਦਾ ਤਾਂ ਡੰਗਿਆ ਸ਼ਾਇਦ ਕੋਈ ਵੱਜ ਜਾਏ, ਮੈਂ ਸਿੱਖ ਨੂੰ ਮਾਰਿਆ ਇਸ ਲਈ ਮੈਂ ਉਸ ਮਾਰਨ 'ਚ ਲੇਟ। ਮਤਲਬ ਇਹ ਹੈ ਕਿ ਇਹ ਮੋਰ ਡੇਂਜਰਸ ਦੈਨ ਸਨੇਕਸ ਨੇ। ਸੋ ਜਦੋਂ ਤੁਸੀਂ ਇਸ ਕਿਸਮ ਦਾ ਨੈਰੇਟਿਵ ਬਣਾਇਆ ਹੁੰਦਾ ਹੈ ਫਿਰ ਹੇਟਰੇਡ ਇਸ ਹੱਦ ਤੱਕ ਤੁਹਾਨੂੰ ਟੇਕ ਓਵਰ ਕਰ ਲੈਂਦੀ ਹੈ ਕਿ ਜੇ ਕੋਈ ਜੈਨੂਇਨ ਗੱਲ ਵੀ ਕਰਨਾ ਚਾਹੇ ਤੇ ਉਹਦੇ 'ਚੋਂ ਵੀ ਤੁਹਾਨੂੰ ਲੱਗਦਾ ਹੈ ਵੀ ਨਹੀਂ। ਜਿਵੇਂ ਮਲਾਲਾ ਯੂਸਫਜ਼ਾਈ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਔਰ ਉਹਦੇ 'ਚ ਸ਼ਾਇਦ ਇੰਡੀਅਨ ਵੀ ਨਾਲ ਸੀ, ਮੈਨੂੰ ਉਹਦਾ ਨਾਂ ਨਹੀਂ ਯਾਦ, ਜੁਆਇੰਟ ਸੀ ਮਿਲਿਆ। ਹੁਣ ਕਿਉਂਕਿ ਮਲਾਲਾ ਯੂਸਫਜ਼ਾਈ ਉਸਨੇ ਆਪਣੇ ਆਪ ਨੂੰ ਗਰਲ ਐਜੂਕੇਸ਼ਨ ਅਫਗਾਨਿਸਤਾਨ ਦੇ ਹਵਾਲੇ ਨਾਲ ਜਾਂ ਉਸ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਇੱਕ ਵੱਖਰੀ ਸਟੋਰੀ ਹੈ ਕਿ ਵੈਸਟਰਨਸ ਨੂੰ ਕਿਸ ਕਿਸਮ ਦੇ ਰੋਲ ਮਾਡਲ ਸੂਟ ਕਰਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਟੀਚਰ ਦੀ ਬੇਟੀ ਸੀ ਔਰ ਉਹਨੇ ਪੜ੍ਹਾਈ ਦੇ ਲਈ ਜਾਂ ਉਹਨੂੰ ਜੇ ਅਵਾਰਡ ਵੀ ਦਿੱਤਾ ਗਿਆ ਜਾਂ ਜੋ ਕੈਂਪੇਨ ਵੀ ਕਰਦੀ ਹੈ, ਪੜ੍ਹਦੀ ਹੈ ਹੁਣ ਹਾਇਰ ਸਟੱਡੀਜ਼ ਕਿ ਜਿਹੜੀ ਐਜੂਕੇਸ਼ਨ ਟੂ ਆਲ ਇਨਕਲੂਡਿੰਗ ਗਰਲਸ। ਹੁਣ ਮਲਾਲਾ ਯੂਸਫਜ਼ਾਈ ਨੇ ਟਵੀਟ ਕੀਤਾ ਕਿ ਜੋ ਕਸ਼ਮੀਰ ਦੇ ਵਿੱਚ ਇੰਨੇ ਦਿਨਾਂ ਤੋਂ ਸਕੂਲ ਬੰਦ ਨੇ ਔਰ ਬੱਚਿਆਂ ਦੀ ਐਜੂਕੇਸ਼ਨ ਦਾ ਹੋਣਾ ਚਾਹੀਦਾ ਔਰ ਜਿੰਨੀ ਹੇਟ ਦੀਆਂ ਟਵੀਟਸ ਉਹਨੂੰ ਲਿਖੀਆਂ ਇਹਨਾਂ ਨੇ ਜਿਹੜੇ ਹਿੰਦੂਤਵੀ ਨਹੀਂ, ਹੁਣ ਤਾਂ ਮਾਹੌਲ ਹੀ ਇਹ ਬਣਾ ਦਿੱਤਾ ਹੋਇਆ। ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਲਾਲਾ ਯੂਸਫਜ਼ਾਈ ਨੇ ਕੋਈ ਇਹ ਨਹੀਂ ਕਿਹਾ ਵੀ ਆਰਟੀਕਲ 370 ਜਿਹੜਾ ਤੁਸੀਂ ਕਿਉਂ ਤੋੜਿਆ
ਜਾਂ ਉਹਨੂੰ ਵਾਪਸ ਲੈ ਲਓ, ਜਾਂ ਉਹ ਤਾਂ ਪੋਲੀਟੀਕਲ ਹੈ ਹੀ ਨਹੀਂ। ਸੋ ਜਿਹੜਾ ਈਵਨ ਨਾਨ ਪੋਲੀਟੀਕਲ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਾਹਰ ਜਿਹੜੀ ਅੱਜ ਆਵਾਜ਼ ਉੱਠ ਰਹੀ ਹੈ ਉਹਦੇ 'ਚ ਕੋਈ ਬਹੁਤੀ ਕਿਸੇ ਦਾ ਕਸ਼ਮੀਰ ਮਸਲਾ ਹੱਲ ਕਰਨ ਦੀ ਗੱਲ ਨਹੀਂ ਹੈ। ਉਹ ਤਾਂ ਹਿਊਮੈਨਿਟੇਰੀਅਨ ਗੱਲ ਕਰਦੇ ਨੇ, ਹਿਊਮਨ ਰਾਈਟਸ ਦੇ ਮੁੱਦੇ ਤੇ ਗੱਲ ਕਰਦੇ ਨੇ, ਬੇਸਿਕ ਫੈਸਿਲਿਟੀਜ਼ ਦੀ ਡਿਨਾਇਲ ਤੇ ਗੱਲ ਕਰਦੇ ਨੇ। ਲੇਕਿਨ ਇਸ ਗੱਲ ਨੂੰ ਵੀ ਉਹ ਟੋਲਰੇਟ ਨਹੀਂ ਕਰਦੇ, ਉਹਨੂੰ ਵੀ ਇੰਟਰਨਲ ਅਫੇਅਰ ਕਹਿ ਕੇ ਉਹਨਾਂ ਨੂੰ ਇਹ ਹੈ ਜੀ 80 ਲੱਖ ਸਾਰੇ ਮਰ ਜਾਣ ਤੇ ਫਿਰ ਵੀ ਕੋਈ ਦੁਨੀਆ ਦੇ ਵਿੱਚ ਇਹ ਨਾ ਕਹੇ, ਕਿਉਂਕਿ ਇਹ ਸਾਡਾ ਜਿਹੜਾ ਇੰਟਰਨਲ ਮੈਟਰ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਜਿਹੜੀ ਹੈ ਲਿਟੀਗੇਸ਼ਨ, ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਨੇ ਰਿਜੈਕਟ ਕਰ ਦਿੱਤੀ ਸੀ, ਜਦੋਂ 5 ਅਗਸਤ ਤੋਂ ਬਾਅਦ ਜਦੋਂ ਇਹ ਐਬਰੋਗੇਟ ਕੀਤਾ, ਫਿਰ ਇੱਕ ਜਿਹੜੀ ਆਈ ਪਬਲਿਕ ਇੰਟਰਸਟ ਲਿਟੀਗੇਸ਼ਨ ਉਹ ਮਨਜ਼ੂਰ ਕਰ ਲਈ ਕਸ਼ਮੀਰ ਦੀ ਸਿਚੁਏਸ਼ਨ ਬਾਰੇ। ਔਰ ਉਹਨਾਂ ਨੇ ਚੀਫ ਜਸਟਿਸ ਰੰਜਨ ਗੋਗੋਈ ਨੇ ਇੱਕ 5 ਜੱਜਿਸ ਦਾ ਪੈਨਲ ਬਣਾਇਆ ਕਿ ਜੀ ਇਹ ਇਹਨੂੰ ਸੁਣੇਗਾ। ਔਰ ਮੈਂ ਇੱਕ ਇਕੱਠ ਦੇ ਵਿੱਚ ਸੀ, ਮੈਨੂੰ ਕਹਿਣ ਲੱਗੇ ਜੀ ਇਹ ਸੁਪਰੀਮ ਕੋਰਟ ਜਿਹੜਾ ਹੈ ਇਹ ਹੁਣ ਕੀ ਕਰੇਗਾ, ਉਹਨੇ ਤਾਂ ਕਰ ਲਿਆ ਵੀ ਇਹ ਉਹਨੂੰ ਅਨਕਨਸਟੀਟਿਊਸ਼ਨਲ ਬਣਾਏਗਾ। ਮੈਂ ਕਿਹਾ ਨਹੀਂ, ਇਹ ਪਹਿਲਾਂ ਮੈਂ ਕਿਹਾ 2 ਵੀਕ 3 ਵੀਕ ਸੁਪਰੀਮ ਕੋਰਟ ਨੇ ਜਿਹਨੇ ਕੀਤੀ ਵੀ ਉਹ ਵੀ ਰਿਜੈਕਟ ਕਰ ਦਿੱਤੇ। ਮੈਂ ਕਿਹਾ ਇਸ ਵੇਲੇ ਸੁਪਰੀਮ ਕੋਰਟ ਫੁੱਲੀ ਜਿਹੜਾ ਉਹ ਪੋਲੀਟੀਕਲ ਪ੍ਰਭਾਵ ਥੱਲੇ ਹੈ, ਇਨਫਲੂਐਂਸ ਥੱਲੇ ਹੈ। ਔਰ ਇਹ ਹੁਣ ਉਹਨਾਂ ਨੇ ਜਦੋਂ ਕਿ ਕਸ਼ਮੀਰ ਦੇ ਵਿੱਚ ਲੋਕਾਂ ਦੀ ਰੈਜ਼ਿਸਟੈਂਸ ਆ ਗਈ ਹੈ ਸਾਹਮਣੇ, ਤੇ ਇਹ ਇਹਨਾਂ ਨੇ ਐਕਸੈਪਟ ਇਸ ਲਈ ਕੀਤੀ ਕਿ ਇਹ ਇਹਨਾਂ ਦਾ ਸੇਫਟੀ ਵਾਲਵ ਹੈ ਕਿ ਜੇ ਇਹਨਾਂ ਨੂੰ ਲੱਗਾ ਕਿ ਵੀ ਹਾਲਾਤ ਕਾਬੂ ਥੱਲੇ ਨਹੀਂ ਨੇ, ਇੰਟਰਨੈਸ਼ਨਲ ਪ੍ਰੈਸ਼ਰ ਵੀ ਬਿਲਟ ਹੋ ਗਿਆ, ਲੋਕਲ ਕਸ਼ਮੀਰੀ ਰੈਜ਼ਿਸਟੈਂਸ ਵੀ ਹੋ ਗਈ। ਹਾਲਾਂ ਹੁਣ ਇਹਨਾਂ ਨੇ ਮੀਡੀਆ 'ਚ ਵੀ ਖਬਰਾਂ ਪਲਾਂਟ ਕਰਾਈਆਂ ਕਿ ਜੋ ਪਾਬੰਦੀਆਂ ਚੱਲ ਰਹੀਆਂ ਇਹ 31 ਅਕਤੂਬਰ ਤੱਕ ਚੱਲਣਗੀਆਂ। ਜਿਹੜਾ 31 ਅਕਤੂਬਰ ਨੂੰ ਇਹਨਾਂ ਨੇ ਉਹਨੂੰ ਜਿਹੜਾ ਜੰਮੂ ਕਸ਼ਮੀਰ ਨੂੰ ਬਾਈਫਰਕੇਟ ਕਰਨਾ ਹੈ, 2 ਲੈਜਿਸਲੇਚਰਸ, ਇੱਕ ਨੂੰ ਤਾਂ ਦਿੱਤਾ ਹੀ ਨਹੀਂ ਲੈਜਿਸਲੇਚਰ ਲਦਾਖ ਨੂੰ, ਜੰਮੂ ਕਸ਼ਮੀਰ ਨੂੰ ਬਣਾਉਣਾ ਹੈ, ਉਦੋਂ ਤੱਕ ਰਹੇਗਾ। ਇਹਦਾ ਮਤਲਬ ਇਹ ਹੈ ਕਿ ਵੀ ਜਦੋਂ ਤੁਸੀਂ ਟੈਕਨੀਕਲੀ ਕਰੋਗੇ ਉਸ ਤੋਂ ਬਾਅਦ ਵੀ ਰੱਖੋਗੇ। ਸੋ ਲੱਗਦਾ ਨਹੀਂ ਹੈ ਕਿ ਵੀ ਇਹ ਈਜ਼ ਹੋਏਗਾ, ਲੇਕਿਨ ਇਹਨਾਂ ਨੇ ਫਿਰ ਵੀ ਇੱਕ ਸੇਫਟੀ ਵਾਲਵ ਦੇ ਤੌਰ ਤੇ ਸੁਪਰੀਮ ਕੋਰਟ ਰੱਖ ਲਿਆ, ਕਿਉਂਕਿ ਪੋਲੀਟੀਕਲੀ ਤਾਂ ਮੋਦੀ ਜਾਂ ਆਰਐਸਐਸ ਦੇ ਲਈ ਇਹ ਸੁਸਾਈਡ ਹੋਏਗਾ ਜੇ ਉਹ ਹੁਣ ਸਟੈਪ ਬੈਕ ਕਰਦੇ ਨੇ, ਇਸ ਗੱਲ ਨੂੰ ਸਮਝਦੇ ਨੇ। ਲੇਕਿਨ ਜੇ ਇਹਨਾਂ ਨੂੰ ਲੱਗਾ ਕਿ ਵੀ ਨਹੀਂ ਇਸ ਨੂੰ ਹੁਣ ਕੰਟਰੋਲ 'ਚ ਇਹਨਾਂ ਦੇ ਨਹੀਂ ਹੈ ਔਰ ਇਹ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ, ਤੇ ਫਿਰ ਸੁਪਰੀਮ ਕੋਰਟ ਰਾਹੀਂ ਜਿਹੜਾ ਸੇਫਟੀ ਵਾਲਵ ਹੈ ਉਹ ਉਹਨੂੰ ਕਹਿ ਦੇਣਗੇ ਜੀ ਆਰਟੀਕਲ 370 ਅਨਕਨਸਟੀਟਿਊਸ਼ਨਲ ਹੈ, ਉਹਨੂੰ ਐਬਰੋਗੇਟ ਕਰਨਾ। ਔਰ ਫਿਰ ਕਿਹੜਾ ਉਹ ਚੇਂਜ ਨਹੀਂ ਕਰ ਸਕਦੇ, ਕਿਉਂਕਿ ਅਲਟੀਮੇਟਲੀ ਜਿਹੜੇ ਸੁਪਰੀਮ ਕੋਰਟ ਵੀ ਨੇ ਜਾਂ ਲਾਅ ਜਿਹੜੇ ਕੋਰਟ ਆਫ ਲਾਜ਼ ਨੇ, ਲਾਅ ਕੋਰਟ ਨੇ, ਉਹ ਕਾਨੂੰਨ ਬਣਾਉਂਦੇ ਤਾਂ ਨਹੀਂ, ਉਹ ਕਾਨੂੰਨ ਨੂੰ ਇੰਟਰਪ੍ਰੀਟ ਕਰਦੇ ਨੇ। ਔਰ ਪਾਰਲੀਮੈਂਟ 'ਚ ਉਹਨਾਂ ਦੀ ਹੋਰ ਅਸੈਂਬਲੀ ਚੋਣਾਂ ਤੋਂ ਬਾਅਦ, ਜਿੱਥੇ ਹੁਣ ਹਰਿਆਣੇ ਔਰ ਦੂਸਰੇ 'ਚ ਦੁਬਾਰਾ ਹੋਣੀਆਂ ਨੇ 2-3 ਥਾਵਾਂ ਤੇ, ਇਹਨਾਂ ਨੇ ਰਾਜ ਸਭਾ 'ਚ ਵੀ ਇਹਨਾਂ ਦੀ ਮੈਜੋਰਟੀ, ਜੇ ਹੁਣ ਐਬਰੋਗੇਟ ਕਰਨ ਲੱਗੇ ਆਰਟੀਕਲ 370, ਈਵਨ ਰਾਜ ਸਭਾ 'ਚ ਮੈਜੋਰਟੀ ਨਹੀਂ ਵੀ ਸੀ ਬੀਜੇਪੀ ਦੀ, ਲੇਕਿਨ ਉਹਨਾਂ ਨੇ ਕਿਵੇਂ ਮਾਇਆਵਤੀ ਦਾ ਸਾਥ ਲਿਆ, ਕੇਜਰੀਵਾਲ ਦਾ ਲਿਆ, ਈਵਨ ਕਾਂਗਰਸ ਦਾ ਲਿਆ, ਉਹਨਾਂ ਦਾ ਜਿਹੜਾ ਵਿਪ ਸੀ ਉਹੀ ਇਹਨਾਂ ਦੇ ਨਾਲ ਰਲ ਗਿਆ। ਸੋ ਉਹ ਉਹਨਾਂ ਲਈ ਫਿਰ ਕੋਈ ਦਿੱਕਤ ਨਹੀਂ ਹੋਏਗੀ ਜੇ ਸੁਪਰੀਮ ਕੋਰਟ ਇਹਨੂੰ ਅਨਕਨਸਟੀਟਿਊਸ਼ਨਲ ਕਹਿ ਵੀ ਦੇ, they will come up with some other law। ਸੋ ਕੁੱਲ ਮਿਲਾ ਕੇ ਹੁਣ ਜੇ ਅੱਜ 20 ਖਬਰਾਂ ਅਸੀਂ ਦੇਖਣੀਆਂ ਹੋਣ ਤਾਂ ਉਹਨਾਂ 'ਚ 10 ਸੁਪਰੀਮ ਕੋਰਟ ਨਾਲ ਸੰਬੰਧਿਤ ਨੇ ਕਿ ਜੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ, ਰੰਜਨ ਗੋਗੋਈ ਨੇ, ਉਹ ਕਿ ਜੀ ਇਸ ਫਲਾਣੀ ਚੀਜ਼ ਦੇ ਰਿਲੀਫ ਦੇ ਲਈ ਤੁਸੀਂ ਹਾਈ ਕੋਰਟ 'ਚ ਜਾਓ। ਔਰ ਜੰਮੂ ਕਸ਼ਮੀਰ ਹਾਈ ਕੋਰਟ, ਜੇ ਉਹਨਾਂ ਨੂੰ ਹਾਈ ਕੋਰਟ ਨੂੰ ਉੱਥੇ ਫੰਕਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਆਈ ਵਿਲ ਮਾਈਸੈਲਫ ਗੋ ਟੂ ਕਸ਼ਮੀਰ ਟੂ ਫਾਈਂਡ ਆਊਟ ਵਾਟ ਇਜ਼ ਹੈਪਨਿੰਗ। ਹੁਣ ਇੱਕ ਪਾਸੇ ਤਾਂ ਇਸ ਕਿਸਮ ਦੀ ਡਰਾਮੇ, ਅਮਿਤ ਸ਼ਾਹ ਨੇ ਹੀ ਟੁਕ ਸਟਾਕ ਆਫ ਦਾ ਸਿਚੁਏਸ਼ਨ, ਕੀ ਚੱਲ ਰਿਹਾ। ਫਿਰ ਅਸੀਂ ਦੇਖਦੇ ਹਾਂ ਵੀ ਜੇ ਸੱਚਮੁੱਚ ਗਵਰਨਮੈਂਟ ਬੈਕ ਸਟੈਪ ਤੇ ਜਾਣ ਦੇ ਮੂਡ 'ਚ ਹੋਏ ਜਾਂ ਉਹਨਾਂ ਨੂੰ ਲੱਗੇ ਕਿ ਵੀ ਨਹੀਂ ਕਸ਼ਮੀਰ ਦੇ ਮੁੱਦੇ ਤੇ 42-43 ਦਿਨਾਂ 'ਚ ਕੋਈ ਚੇਂਜ ਨਹੀਂ ਹੋਈ ਤੇ ਕੁਝ ਕਰੀਏ। ਇਹਦੇ 2 ਪੱਖ ਨੇ। ਜਿਹੜੀ ਖਬਰ ਹੁਣ ਮੈਂ ਡਿਸਕਸ ਕਰਨ ਲੱਗਾ ਕਿ ਫਾਰੂਕ ਅਬਦੁੱਲਾ, ਸ਼ੇਖ ਅਬਦੁੱਲੇ ਦਾ ਮੁੰਡਾ, ਚੀਫ ਮਿਨਿਸਟਰ ਵੀ ਰਿਹਾ ਜੰਮੂ ਕਸ਼ਮੀਰ ਦਾ, ਪ੍ਰੋ ਇੰਡੀਆ ਲਾਈਨ ਰਹੀ, ਜਿਹਨੂੰ ਡਿਟੈਂਸ਼ਨ 'ਚ ਰੱਖਿਆ ਹੋਇਆ ਹੈ। ਇੱਕ ਉਹਦਾ ਦੋਸਤ ਜਿਹੜਾ ਸਾਊਥ ਇੰਡੀਅਨ ਤਮਿਲਨਾਡੂ, ਮਿਸਟਰ ਵਾਈਕੋ, ਲੋਕਲ ਪਾਰਟੀ ਉਹਨੇ ਬਣਾਈ ਹੋਈ ਹੈ, MP ਵੀ ਹੈ, ਉਹਨੇ ਪਟੀਸ਼ਨ ਪਾਈ ਸੀ ਕੋਰਟ 'ਚ ਕਿ ਵੀ ਇਹ ਫਾਰੂਕ ਅਬਦੁੱਲਾ ਦੀ ਡਿਟੈਂਸ਼ਨ ਇਲੀਗਲ ਹੈ, ਉਹਨੂੰ ਘਰ ਦੇ ਅੰਦਰ ਉਹਨੂੰ ਛੱਡੋ। ਔਰ ਅੱਜ ਇਹ ਹੈ ਵੀ ਜਿਹੜਾ ਕਸ਼ਮੀਰ ਸੇਫਟੀ ਐਕਟ ਦੇ ਥੱਲੇ ਫਾਰੂਕ ਅਬਦੁੱਲਾ ਨੂੰ ਜਿਹੜਾ ਬੁੱਕ ਕਰ ਲਿਆ ਗਿਆ। ਹੁਣ ਸੇਫਟੀ ਐਕਟ ਕੀ ਹੈ ਕਿ ਅਗਲੇ 2 ਸਾਲ
ਉਹਨਾਂ ਨੂੰ ਦੱਸਣ ਦੀ ਲੋੜ ਨਹੀਂ, ਕੋਈ ਟਰਾਇਲ ਕਰਨ ਦੀ ਲੋੜ ਨਹੀਂ, ਉਹਨੂੰ 2 ਸਾਲ ਫਾਰੂਕ ਅਬਦੁੱਲਾ ਨੂੰ ਇਹ ਜੇਲ੍ਹ 'ਚ ਰੱਖ ਸਕਦੇ ਨੇ। ਹੁਣ ਇੱਕ ਕਲਾਸ ਜਿਹੜੀ ਹੈ ਉਹ ਤੇ ਇਹਨੂੰ ਇੰਟਰਪ੍ਰੀਟ ਕਰੇਗੀ ਕਿ ਜੀ ਦੇਖੋ ਕਿਵੇਂ ਸਖਤੀ ਹੋ ਗਈ, ਪਰ ਮੈਂ ਇਹਨੂੰ, ਕਿਉਂਕਿ ਅਸੀਂ ਪੰਜਾਬ 'ਚ ਇਹ ਦੇਖਿਆ ਹੋਇਆ ਕਿ ਜੂਨ 84 ਦੇ ਫੌਜੀ ਹਮਲੇ ਵੇਲੇ ਕਿਵੇਂ ਬਾਦਲ, ਲੌਂਗੋਵਾਲ, ਟੌੜਾ, ਤਲਵੰਡੀ, ਬਰਨਾਲਾ ਇਹ ਸਾਰੇ ਅਕਾਲੀ ਦਲ ਦੇ ਇੱਕ ਜਾਂ ਦੂਜੇ ਰੂਪ 'ਚ ਸਰਕਾਰ ਦੇ ਨਾਲ ਰਲੇ ਹੋਏ ਸੀ ਜਾਂ ਕਿਤੇ ਨਾ ਕਿਤੇ ਉਹਨਾਂ ਨਾਲ ਸਹਿਮਤੀ ਸੀ ਜੀ। ਸੋ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਜੇਲ੍ਹ ਦੇ ਅੰਦਰ ਦੇ ਦਿੱਤਾ ਸੀ ਔਰ ਬਾਕੀ ਲੀਡਰਸ਼ਿਪ ਮਾਰ ਦਿੱਤੀ। ਸੰਤ ਭਿੰਡਰਾਂਵਾਲੇ ਔਰ ਦੂਸਰੇ ਜਿਹੜੇ ਵੋਕਲ ਸੀ ਉਹ ਸ਼ਹੀਦ ਕਰ ਦਿੱਤੇ। ਹੁਣ ਜਦੋਂ ਅੰਦਰ ਗਏ, ਜ਼ਾਹਰ ਹੈ ਕੌਮ ਸਾਰੀ ਲੀਡਰਲੈਸ ਹੋ ਗਈ। ਵਕਤ ਪਾ ਕੇ ਵਿਦਿਨ ਅਕਾਲੀਆਂ 'ਚ ਹੀ ਹੋ ਗਿਆ ਜੀ ਇਹਨਾਂ ਨੂੰ ਛੱਡੋ, ਲੌਂਗੋਵਾਲ ਛੱਡੋ, ਤਲਵੰਡੀ ਛੱਡੋ। ਉਹਨਾਂ ਨੇ ਕਈ ਮਹੀਨੇ ਨਹੀਂ ਉਹਨਾਂ ਨੂੰ ਛੱਡਿਆ, ਨਹੀਂ ਅਗਲੇ ਸਾਲ 84 ਤੋਂ ਬਾਅਦ ਜਾ ਕੇ 85 'ਚ, ਔਰ ਉਸ 1 ਸਾਲ ਦੇ ਪੀਰੀਅਡ 'ਚ ਬਹੁਤ ਸਾਰਿਆਂ ਨੂੰ ਭੁੱਲ ਗਿਆ ਵੀ ਲੌਂਗੋਵਾਲ ਕੀ ਸੀ, ਬਾਦਲ ਕੀ ਸੀ, ਦੂਸਰਾ ਕੀ ਸੀ। ਉਹਨਾਂ ਨੂੰ ਅੰਦਰ ਰੱਖ ਕੇ ਦੁਬਾਰਾ ਐਸਟੈਬਲਿਸ਼ ਕਰਕੇ ਕਿੱਥੇ ਜੇ ਜੂਨ 84 'ਚ ਹੁੰਦੇ ਲੋਕਾਂ ਨੇ ਇੱਟੇ ਮਾਰ-ਮਾਰ ਕੇ ਮਾਰ ਦੇਣੇ ਸੀ। ਫਿਰ ਲੌਂਗੋਵਾਲ ਨੂੰ ਬਾਹਰ ਕੱਢਿਆ, ਬਾਹਰ ਕੱਢ ਕੇ ਫਿਰ ਉਹਦੇ ਨਾਲ ਰਾਜੀਵ ਨੇ ਉਹਨੂੰ ਉਹਦਾ ਪਹਿਲਾਂ ਸਵਾਗਤ ਕਰਵਾਇਆ ਥਾਂ ਥਾਈ। ਮੀਡੀਆ ਨੂੰ ਰੇ ਬੰਗਾਲੀ, ਉਹ ਗਵਰਨਰ ਸੀ, ਉਹਨੇ ਮੀਡੀਆ ਨੂੰ ਸੱਦਿਆ, ਉਹਨੇ ਕਿਹਾ ਜੀ ਇਹ ਖਬਰਾਂ ਜਿੱਥੇ ਲੌਂਗੋਵਾਲ ਜਾਏ ਜਿੰਨਾ ਵੀ ਇਕੱਠ ਹੈ ਉਹਦੀਆਂ ਉਹਨੂੰ ਚੌਗਣਾ ਕਰਕੇ ਦੱਸੋ। ਉਹਨੂੰ ਬਿਲਟ ਕੀਤਾ। ਫਿਰ ਰਾਜੀਵ ਲੌਂਗੋਵਾਲ ਅਕੋਰਡ ਸਾਈਨ ਕੀਤਾ ਜਿਹਦੇ ਥੱਲੇ ਸਾਰਾ ਬੇੜਾ ਗਰਕ ਕੀਤਾ ਸਿੱਖਾਂ ਦਾ। ਸੋ ਇੱਕ ਪਾਰਟ ਇਹ ਵੀ ਹੈ ਵੀ ਹੁਣ ਉਹਨਾਂ ਨੂੰ ਟ੍ਰੇਟਰ ਵੀ ਚਾਹੀਦੇ ਨੇ ਉੱਥੇ, ਕਿਉਂਕਿ ਜੇ ਜੰਮੂ ਕਸ਼ਮੀਰ ਲੈਜਿਸਲੇਚਰ ਅਸੈਂਬਲੀ ਭਾਵੇਂ ਯੂਨੀਅਨ ਟੈਰੀਟਰੀ ਬਣਾ ਕੇ ਉਹਦੇ ਲਈ ਵੀ ਹੁਣ ਵੈਸੇ ਉੱਥੇ ਹੁਣ ਕੋਈ ਪ੍ਰੋ ਇੰਡੀਆ ਲਾਈਨ ਵਾਲਾ ਤਾਂ ਖਲੋ ਹੀ ਨਹੀਂ ਸਕਦਾ ਲੋਕਾਂ ਦੇ ਸਾਹਮਣੇ। ਸੋ ਇਹ ਇੱਕ ਪ੍ਰੋਸੈਸ ਇਹ ਵੀ ਹੋ ਸਕਦੀ ਹੈ ਜੇ ਫਾਰੂਕ ਅਬਦੁੱਲਾ ਨੂੰ ਸਿੰਗਲ ਆਊਟ ਕੀਤਾ ਕਿ ਜੀ ਲੀਡਰ ਬਣਾਉਣਾ ਹੈ। ਪਰ ਇਹ ਗੱਲ ਇਹ ਵੀ ਸਾਬਤ ਕਰਦੀ ਹੈ ਕਿ ਇਸ ਵੇਲੇ ਓਵਰਗਰਾਊਂਡ ਜਿੰਨਾ ਰੋਹ ਕਸ਼ਮੀਰੀਆਂ 'ਚ ਹੈ, ਓਵਰਗਰਾਊਂਡ ਆ ਕੇ ਇੰਡੀਅਨ ਗਵਰਨਮੈਂਟ ਦੀ ਵਕਾਲਤ ਕਰਨ ਵਾਲਾ ਕੌਣ ਹੈ? ਕਹਿਣ ਨੂੰ ਇਹ ਕਹੀ ਜਾਣ ਜੀ ਨਾਰਮਲ ਸੀ, ਕਸ਼ਮੀਰੀ ਬੜੇ ਖੁਸ਼ ਨੇ, ਦਿਸ ਦੈਟ। ਸੋ ਕੁੱਲ ਮਿਲਾ ਕੇ ਹੁਣ ਸੁਪਰੀਮ ਕੋਰਟ ਜਿਹੜਾ ਐਜ਼ ਏ ਸੇਫਟੀ ਵਾਲਵ ਆਇਆ ਉਹ ਆਪਣਾ ਕੰਮ ਕਰ ਰਿਹਾ। ਜਿਹੜੀਆਂ ਸਾਰੀਆਂ ਖਬਰਾਂ ਨੇ ਮੈਂ ਉਹਨਾਂ ਨੂੰ ਪੜ੍ਹ ਤਾਂ ਨਹੀਂ ਸਕਾਂਗਾ ਸਾਰਿਆਂ ਨੂੰ, ਪਰ ਮੈਂ ਹੈਡਲਾਈਨ ਜ਼ਰੂਰ, ਸੁਪਰੀਮ ਕੋਰਟ ਐਗਰੀਜ਼ ਟੂ ਐਂਟਰਟੇਨ JKPC plea against abrogation of Article 370। ਉਹਨਾਂ ਨੇ ਪਟੀਸ਼ਨ ਜਿਹੜੀ ਹੈ ਜੰਮੂ ਕਸ਼ਮੀਰ ਪੀਪਲਸ ਕਾਨਫਰੰਸ ਨੇ ਇਹ ਪਟੀਸ਼ਨ ਕੀਤੀ ਹੈ, ਚੈਲੰਜਿੰਗ ਪ੍ਰੈਜ਼ੀਡੈਂਟਸ ਰੂਲ ਇੰਪੋਜ਼ਡ ਇਨ ਦਾ ਸਟੇਟ ਐਂਡ ਐਬਰੋਗੇਸ਼ਨ ਆਫ ਪ੍ਰੋਵੀਜ਼ਨਸ ਆਫ ਆਰਟੀਕਲ 370। ਇਸ ਬਾਰੇ ਜਿਹੜਾ ਬੈਂਚ ਹੈ ਕੰਪਰਾਈਜ਼ਿੰਗ ਜਸਟਿਸ ਰੰਜਨ ਗੋਗੋਈ, ਜਸਟਿਸ SA ਬੋਬਡੇ ਐਂਡ SA ਨਜ਼ੀਰ ਟੈਗ the petition filed by JKPC along with petitions which have been referred to the 5-judge constitutional bench for examining the legal validity of the president's order। ਸੋ ਉਹਨਾਂ ਨੇ ਨੈਸ਼ਨਲ ਕਾਨਫਰੰਸ ਨੇ ਵੀ, ਪੀਪਲਸ ਕਾਨਫਰੰਸ ਨੇ ਵੀ ਆਪਣਾ ਕਾਰਵਾਈ ਪਾ ਦਿੱਤੀ ਜੇ ਅਸੀਂ ਪੈਟੀਸ਼ਨ ਕੀਤੀ। ਉਹਨਾਂ ਨੇ ਕਿਹਾ ਜੀ ਠੀਕ ਹੈ ਹੁਣ ਸਾਰੀਆਂ ਪੈਟੀਸ਼ਨਸ ਅਸੀਂ ਟੈਗ ਕਰ ਰਹੇ ਹਾਂ ਉਹਦੇ ਨਾਲ ਜਿਹੜਾ ਆਲਰੇਡੀ ਆਰਟੀਕਲ 370 ਦੀ ਐਬਰੋਗੇਸ਼ਨ ਦੇ ਉੱਤੇ 5 ਜੱਜ ਬੈਂਚ ਅਸੀਂ ਬਣਾਇਆ। ਔਰ ਫਿਰ ਖਬਰ ਮੈਂ ਡਿਸਕਸ ਕੀਤੀ ਹੈ ਕਿ ਜੰਮੂ ਕਸ਼ਮੀਰ ਐਕਸ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਡਿਟੇਨਡ ਅੰਡਰ ਪਬਲਿਕ ਸੇਫਟੀ ਐਕਟ ਕੈਨ ਗੋ ਸੈਂਸ ਟ੍ਰਾਇਲ ਫॉर 2 years। 2 ਸਾਲ ਉਹਨੂੰ ਹੁਣ ਬਿਨਾਂ ਮੁਕੱਦਮਾ ਚਲਾਏ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ। ਫਿਰ ਚੀਫ ਜਸਟਿਸ ਕਹਿ ਰਹੇ if required I'll visit Jammu Kashmir, says Chief Justice of India seeks report from High Court। ਔਰ ਹੁਣ ਪਿਛਲੇ ਦਿਨਾਂ 'ਚ ਜਦੋਂ ਅਸੀਂ ਜ਼ਿਕਰ ਵੀ ਕੀਤਾ, ਇਮਰਾਨ ਖਾਨ ਸਾਹਿਬ ਨੇ ਮੁਜ਼ੱਫਰਾਬਾਦ ਦੇ ਵਿੱਚ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿਉਂਕਿ ਲੋਕ ਬੜੇ ਨੌਜਵਾਨ ਖਾਸ ਤੌਰ ਤੇ ਕਿ ਅਸੀਂ ਲਾਈਨ ਆਫ ਕੰਟਰੋਲ ਤੇ ਜਾਣਾ, ਤੇ ਉਹਨਾਂ ਨੇ ਕਿਹਾ ਵੀ ਮੈਨੂੰ ਜਰਾ UN ਤੋਂ ਵਾਪਸ ਆ ਲੈਣ ਦਿਓ, ਫਿਰ ਅਸੀਂ ਡਿਸਾਈਡ ਕਰਾਂਗੇ ਵੀ ਕੀ ਸਟ੍ਰੈਟਜੀ ਹੈ। ਇਸ ਤਰ੍ਹਾਂ ਠੀਕ ਨਹੀਂ ਹੈ। ਹੁਣ ਇੱਕ ਪਾਸੇ ਤਾਂ ਇਮਰਾਨ ਖਾਨ ਆਪਣੇ ਲੋਕ ਜਿਨ੍ਹਾਂ ਦੇ ਖਾਸ ਤੌਰ ਤੇ ਕਸ਼ਮੀਰ 'ਚ ਆਜ਼ਾਦ ਕਸ਼ਮੀਰ ਜਿਹੜੇ LOC ਦੇ ਨੇੜੇ ਨੇ ਉਹਨਾਂ ਦੇ ਭੜਕੇ ਜਜ਼ਬਾਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਈਵਨ ਕਿਵੇਂ ਹਰ ਅੰਦਾਜ਼ ਨੂੰ ਇਹ ਮਿਸ ਇੰਟਰਪ੍ਰੀਟ ਕਰਕੇ ਸ਼ਰਾਰਤ ਕਰ ਰਹੇ ਨੇ। ਉਹ ਜਿਹੜਾ ਇੱਕ ਗਵਰਨਰ ਲਾਇਆ ਹੋਇਆ ਗੁੰਡਾ ਕਿਸਮ ਦਾ ਮਲਕ ਸਤਿਆਪਾਲ ਮਲਕ, ਉਹ ਇਸ ਬਿਆਨ ਦੇ ਉੱਤੇ ਜਿਹੜਾ ਇਮਰਾਨ ਖਾਨ ਉਹਨਾਂ ਨੇ ਮੁਜ਼ੱਫਰਾਬਾਦ ਦਿੱਤਾ ਉਹਦੇ 'ਚੋਂ ਕਹਿ ਰਿਹਾ ਕਿ ਜੀ ਨੋਬਡੀ ਵਿਲ ਕ੍ਰਾਸ ਲਾਈਨ ਆਫ ਕੰਟਰੋਲ ਔਨ ਯੋਰ ਕਾਲ, ਗਵਰਨਮੈਂਟ ਮਲਕ ਟੈਲਸ ਇਮਰਾਨ। ਉਹਨਾਂ ਨੇ ਕਿਹਾ ਜੀ ਤੁਹਾਡੀ ਕਾਲ ਤੇ ਨਹੀਂ ਕਿਸੇ ਨੇ ਕੰਟਰੋਲ ਕਰਨਾ। ਔਰ ਉਹਦੇ 'ਚ ਨਾਲ ਹੀ ਉਹਨੇ ਕਿਹਾ ਕਿ ਵੀ ਇਹ ਜਿਹੜਾ ਪੀਪਲ ਟੂ ਵੇਟ ਫॉर ਹਿਸ ਕਾਲ ਜਿਹੜਾ ਉਹਨਾਂ ਨੇ ਕਿਸੇ ਨੇ ਨਹੀਂ ਕਰਨਾ ਦਾ। ਉਹਨੇ ਨਾਲ ਕਹਿੰਦਾ ਪੀਪਲ ਆਫ ਪਾਕਿਸਤਾਨ ਆਕੂਪਾਈਡ ਕਸ਼ਮੀਰ
would not come to J&K on his call but would demand integration with India after witnessing the high level of development here। ਉਹਨੇ ਕਿਹਾ ਜੀ ਹੁਣ ਨਹੀਂ ਆਣਗੇ ਆਜ਼ਾਦ ਕਸ਼ਮੀਰ ਦੇ ਲੋਕ, ਜਦੋਂ ਅਸੀਂ ਕਸ਼ਮੀਰ ਦੇ ਵਿੱਚ ਇੰਨੀ ਡਿਵੈਲਪਮੈਂਟ ਕਰ ਦਿੱਤੀ ਫਿਰ ਉਹ ਕ੍ਰਾਸ ਕਰਕੇ ਆ ਕੇ ਕਹਿਣਗੇ ਜੀ ਅਸੀਂ ਤਾਂ ਇੰਡੀਆ ਦੇ ਨਾਲ ਜੁਆਇਨ ਕਰਨਾ। ਇਹ ਹੈ ਕਿ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਦੀ ਨਫ਼ਰਤ ਇਹ ਗ੍ਰਾਸ ਰੂਟ ਤੇ ਸਮਝਦੇ ਨੇ ਕੀ ਚੱਲ ਰਿਹਾ, ਪਰ ਦੁਨੀਆ ਨੂੰ ਕਿੰਨਾ ਵੱਡਾ ਧੋਖਾ ਦੇਣ ਦੇ ਔਰ ਫਰਾਡ ਕਰਨ ਦੇ ਮਾਹਿਰ ਨੇ। ਫਿਰ ਜਿਵੇਂ ਮੈਂ ਕਿਹਾ ਵੀ ਖਬਰਾਂ ਹੀ ਖਬਰਾਂ ਅੱਜ ਇਸ ਨਾਲ ਸੁਪਰੀਮ ਕੋਰਟ ਐਜ਼ ਏ ਸੇਫਟੀ ਵਾਲਵ ਹੈ। ਸੁਪਰੀਮ ਕੋਰਟ ਸੀਕਸ ਰਿਪੋਰਟ ਫਰਮ ਜੰਮੂ ਐਂਡ ਕਸ਼ਮੀਰ ਹਾਈ ਕੋਰਟ ਚੀਫ ਜਸਟਿਸ ਅਬਾਊਟ ਪੀਪਲ ਬੀਇੰਗ ਅਨਏਬਲ ਟੂ ਅਪਰੋਚ ਕੋਰਟ। ਹੁਣ ਉਹ ਉਹਨਾਂ ਤੋਂ ਰਿਪੋਰਟ ਮੰਗ ਰਿਹਾ। ਉਹਨਾਂ ਨੂੰ ਕਹਿ ਰਹੇ ਜੀ ਤੁਸੀਂ ਸਾਨੂੰ ਦੱਸੋ ਇਹ ਜਿਹੜੀ ਰਿਪੋਰਟ ਆਈ ਹੈ ਕਿ ਈਵਨ ਜੰਮੂ ਕਸ਼ਮੀਰ ਦੇ ਲੋਕ ਹਾਈ ਕੋਰਟ ਤੱਕ ਵੀ ਜੰਮੂ ਕਸ਼ਮੀਰ ਤੱਕ ਨਹੀਂ ਪਹੁੰਚ ਸਕਦੇ, ਇਹਦੇ ਬਾਰੇ ਦੱਸੋ। ਫਿਰ ਸੁਪਰੀਮ ਕੋਰਟ ਅਲਾਉਜ਼ ਗੁਲਾਮ ਨਬੀ ਆਜ਼ਾਦ ਟੂ ਵਿਜ਼ਿਟ ਜੰਮੂ ਐਂਡ ਕਸ਼ਮੀਰ। 43 ਦਿਨਾਂ ਬਾਅਦ ਇਹ ਬੜਾ ਅਹਿਸਾਨ ਕਰ ਰਹੇ ਨੇ ਕਾਂਗਰਸ ਦਾ ਪਾਰਲੀਮੈਂਟੇਰੀਅਨ ਜਿਹੜਾ ਖੁਦ ਜਿਹੜਾ ਇਸ ਲੈਵਲ ਦਾ ਲੀਡਰ ਹੈ, ਉਹਨੂੰ ਉਹ ਕਹਿ ਰਹੇ ਨੇ ਕਿ ਜੀ ਹੁਣ ਉਹਨੂੰ ਕਿਹਾ ਕਿ ਜੀ ਅਲਾਉ ਕਰਤਾ ਸੀ ਵੀ ਤੂੰ ਜਾ ਸਕਦਾ। ਔਰ ਜਿਵੇਂ ਮੈਂ ਕਾਂਗਰਸ ਦੇ ਹਵਾਲੇ ਨਾਲ ਗੱਲ ਕੀਤੀ ਹੈ ਔਰ ਇਹਦੀ ਵੀ ਸਟੋਰੀ ਹੈ ਕਿ ਕਸ਼ਮੀਰ ਸਿਚੁਏਸ਼ਨ ਅਲਾਰਮਸ US ਕਾਂਗਰਸ, ਔਰ ਇਸ ਦੇ ਉੱਤੇ ਜਿਹੜਾ ਆਲਰੇਡੀ ਜਿਵੇਂ 4 US ਸੈਨੇਟਰਸ ਨੇ ਲਿਖਿਆ ਔਰ ਹੁਣ ਜਿਹੜੀ ਵਾਸ਼ਿੰਗਟਨ ਦਾ ਰਿਪੋਰਟਸ ਵੀ ਆਰ ਰਿਸੀਵਿੰਗ ਆਰ ਹੈਰੋਇੰਗ ਵਿਦ allegations including forced disappearances, mass detentions, rape and sexual assault and targeted detention of political, economic and social leaders, says a letter signed by 7 US lawmakers। 7 ਜਿਹੜੇ ਕਾਂਗਰਸਮੈਨ ਨੇ ਉਹਨਾਂ ਨੇ ਇਹ ਚਿੱਠੀ ਲਿਖੀ ਹੈ ਇਸ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਔਰ ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਰਿਵਿਊਜ਼ ਜੰਮੂ ਐਂਡ ਕਸ਼ਮੀਰ ਸਿਕਿਉਰਿਟੀ ਸਿਚੁਏਸ਼ਨ। ਹੁਣ ਉਹਨੂੰ ਰਿਵਿਊ ਦਾ ਧਿਆਨ ਆ ਰਿਹਾ ਵੀ ਔਰ ਕਹਿ ਰਹੇ ਸਭ ਨਾਰਮਲ ਹੈ ਜੀ, ਦੇਖੋ ਅਸੀਂ ਸਭ ਲੈਂਡਲਾਈਨ ਛੱਡਤੀਆਂ, ਠੀਕ ਹੈ ਸਕੂਲ ਕਾਲਜ ਬੰਦ ਨੇ, ਯੂਨੀਵਰਸਿਟੀਜ਼ ਬੰਦ ਨੇ, ਕਮਿਊਨੀਕੇਸ਼ਨ ਹੋਏ, ਬਟ ਲਾਈਫ ਇਜ਼ ਵੈਰੀ ਨਾਰਮਲ, ਸਭ ਠੀਕ ਠਾਕ ਹੈ। ਫਿਰ ਜਿਹੜਾ ਸੁਪਰੀਮ ਕੋਰਟ ਕਹਿ ਰਿਹਾ ਸੈਂਟਰ, ਹੁਣ ਸੁਪਰੀਮ ਕੋਰਟ ਜਿਹਦਾ ਕੰਮ ਲਾਅ ਇੰਟਰਪ੍ਰੀਟ ਕਰਨਾ ਹੈ, ਜੇ ਪਟੀਸ਼ਨ ਆਈ ਹੈ ਕਿ ਲੋਕਾਂ ਦੀ ਜਦੋਂ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਦਿੱਤੇ ਨੇ, ਫੰਡਾਮੈਂਟਲ ਰਾਈਟ ਐਕਸੈਸ ਟੂ ਮੈਡੀਕਲ ਫੈਸਿਲਿਟੀ ਹੈ, ਐਕਸੈਸ ਟੂ ਹੈਲਥ ਜਿਹੜੀ ਹੈ ਤੁਹਾਡੀ ਹੈ, ਰਾਈਟ ਟੂ ਐਜੂਕੇਸ਼ਨ ਹੈ। 43 ਦਿਨਾਂ 'ਚੋਂ ਜੇ ਸਕੂਲ ਕਾਲਜ ਬੰਦ ਨੇ, ਹਸਪੀਟਲ ਦੂਜਾ, ਤੇ ਸੁਪਰੀਮ ਕੋਰਟ ਦਾ ਇਹ ਫਰਜ਼ ਨਹੀਂ ਹੈ ਕਿ ਸੁਪਰੀਮ ਕੋਰਟ ਕਹੇ ਕਿ ਜੀ ਤੁਸੀਂ ਫੰਡਾਮੈਂਟਲ ਰਾਈਟ ਵਾਇਲੇਟ ਕਰ ਰਹੇ ਹੋ। ਔਰ ਉਹ ਉਹਨੂੰ ਕਹਿ ਰਿਹਾ ਹੈ ਸੈਂਟਰ ਗਵਰਨਮੈਂਟ ਨੂੰ, ਸੁਪਰੀਮ ਕੋਰਟ ਆਸਕ ਸੈਂਟਰ ਜੰਮੂ ਐਂਡ ਕਸ਼ਮੀਰ ਟੂ ਰੀਸਟੋਰ ਨਾਰਮੈਲਸੀ ਇਨ ਸਟੇਟ ਇਨ ਨੈਸ਼ਨਲ ਇੰਟਰਸਟ, ਕਿ ਤੁਹਾਡੀ ਬਦਨਾਮੀ ਹੋ ਰਹੀ ਹੈ, ਇਹਨੂੰ ਰੀਸਟੋਰ ਨਾਟ ਐਜ਼ ਏ ਫੰਡਾਮੈਂਟਲ ਰਾਈਟ ਕਿ ਲੋਕਾਂ ਦਾ ਕੀ ਹੈ। ਸੋ ਇਹ ਸਾਰੀਆਂ ਸਟੋਰੀਜ਼ ਔਰ ਇਹਨਾਂ ਦੀ ਆਪਣੀ PTI ਦੀ ਖਬਰ, ਨਾਰਮਲ ਲਾਈਫ ਰਿਮੇਨਸ ਡਿਸਰਪਟਡ ਇਨ ਕਸ਼ਮੀਰ ਫॉर 42nd ਕੰਸੀਕਿਊਟਿਵ ਡੇ। ਇਹ ਪਿਛਲੇ ਕੱਲ ਦੀ ਕਿਉਂਕਿ ਅੱਜ ਆਈ ਹੈ ਤੇ ਇਹਨਾਂ ਦੇ 42 ਦਿਨ ਨੇ ਕਿ ਇਹ ਆਪਣੀ ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਕਹਿ ਰਹੀ ਹੈ, ਲੇਕਿਨ ਇਹ ਸੁਪਰੀਮ ਕੋਰਟ ਨੂੰ ਜਿਹੜਾ ਹੁਣ ਸੇਫਟੀ ਵੈਲ ਬਣ ਕੇ ਆਇਆ ਨਜ਼ਰ ਨਹੀਂ ਆ ਰਿਹਾ। ਔਰ ਮਲਾਲਾਜ਼ ਟਵੀਟ ਔਨ ਕਸ਼ਮੀਰੀ ਚਿਲਡਰਨ ਇਵੋਕਸ ਐਂਗਰੀ ਰਿਸਪੌਂਸ ਫਰਮ ਇੰਡੀਅਨਸ, ਇਹ ਮੈਂ ਆਲਰੇਡੀ ਡਿਸਕਸ ਕੀਤਾ। ਔਰ ਚੰਗੀ ਖਬਰ ਹੈ ਕਿ ਵੀ ਪੰਜਾਬ ਐਂਡ ਤਮਿਲ ਪਾਰਟੀਜ਼ ਟੂ ਪ੍ਰੋਟੈਸਟ ਇੰਡੀਆਜ਼ ਕਸ਼ਮੀਰ ਆਊਟਰੀਚ ਇਨ ਦਿੱਲੀ 26 ਸਪਟੈਂਬਰ। ਇਹ ਪੰਜਾਬ ਬੇਸਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਔਰ ਤਮਿਲ ਬੇਸਡ ਨਾਮ ਤਮਿਲਕਾਰ ਕਾਚੀ और Delhi based committee for release of political prisoners and political activists from Kashmir will hold a justice march and rally at Jantar Mantar in New Delhi on September 26, protesting the continuous unrelenting disrespect for human rights and political rights in Kashmir Valley। और ये खुशी की गल है। और मैं जिवें कल भी किया सी उत्थों दे इकट्ठ दे विच जिहदे च जुल्फिकार बुखारी सन मौजूद कि भारत भर दा ਮੇਨ ਸਟ੍ਰੀਮ ਹਿੰਦੂਤਵਾ ਦੇ ਨਾਲ ਗਿਆ, ਜੇ ਕੋਈ ਨਾਲ ਖਲੋਤਾ ਤੇ ਸਿੱਖ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ 26 ਸਤੰਬਰ ਦੀ ਰੈਲੀ ਵੀ ਹੈ ਇਹ ਸ਼ਾਇਦ ਉਹ ਹੋਣ ਨਾ ਦੇਣ। ਜਿਵੇਂ ਚੰਡੀਗੜ੍ਹ 'ਚ ਰੈਲੀ ਵੀਕਐਂਡ ਤੇ ਸਟੂਡੈਂਟ ਬਾਡੀਜ਼, ਕਿਸਾਨ ਯੂਨੀਅਨ ਔਰ ਦੂਸਰਿਆਂ ਨੇ ਰੱਖੀ ਸੀ, ਉਹਨਾਂ ਨੇ ਭਜਾ ਕੇ ਪਹਿਲਾਂ ਦਫਾ 144 ਲਾ ਦਿੱਤੀ, ਫਿਰ ਕਿਹਾ ਜੀ ਪਰਮਿਸ਼ਨ ਤੁਸੀਂ ਬਹੁਤ ਲੇਟ ਲਈ ਹੈ, ਫਿਰ ਜਿਹੜਾ ਉਹਨਾਂ ਨੂੰ ਉੱਥੇ ਗੈਦਰ ਵੀ ਨਹੀਂ ਹੋਣ ਦਿੱਤਾ। ਔਰ ਇਸ ਸਾਰੇ ਚੋਂ ਅਸੀਂ ਦੇਖ ਰਹੇ ਹਾਂ ਕਿ ਵੀ ਕਿਸ ਹੱਦ ਤੱਕ ਜਾ ਕੇ ਲੋਕਾਂ ਦੀ ਆਵਾਜ਼ ਇਹ ਨਹੀਂ ਕਸ਼ਮੀਰ 'ਚ ਦੂਸਰੀਆਂ ਥਾਵਾਂ ਤੇ ਵੀ ਦਬਾਈ ਜਾ ਰਹੀ ਹੈ।
ਜਿਹੜੀ ਯੂਐਸ ਕਾਂਗਰਸ ਵੂਮਨ ਨੇ ਅੱਜ ਲਿਖਿਆ, ਰਸ਼ੀਦਾ ਤਾਲਿਬ on Friday called for communications blockade and curfew restrictions in occupied Kashmir to be lifted to shed light on what is happening in the disputed region ਕਿ ਉੱਥੇ ਕੀ ਹੋ ਰਿਹਾ ਔਰ ਚੱਲ ਕੀ ਰਿਹਾ ਕਸ਼ਮੀਰ ਦੇ ਅੰਦਰ, ਹੁਣ ਵਕਤ ਨਹੀਂ ਹੈ। ਵਾਸ਼ਿੰਗਟਨ ਪੋਸਟ ਦੀ ਸਟੋਰੀ ਹੈ, ਹੈਡਲਾਈਨ ਕਸ਼ਮੀਰੀਜ਼ ਅਲੈਜ ਨਾਈਟ ਟੈਰਰ ਬਾਈ ਇੰਡੀਅਨ ਟਰੂਪਸ ਇਨ ਕ੍ਰੈਕਡਾਊਨ, ਕਿ ਜੇ ਕਿਵੇਂ ਉਹਨਾਂ ਦੇ ਟਰੂਪ ਰਾਤ ਨੂੰ ਘਰਾਂ ਦੇ ਵਿੱਚ ਜਾ ਕੇ ਹਮਲੇ ਕਰਦੇ ਨੇ, ਔਰਤਾਂ ਨਾਲ ਕੀ ਕਰਦੇ ਨੇ, ਕਿਵੇਂ ਬੱਚਿਆਂ ਦੇ ਨਾਲ। ਦਾ ਇੰਡੀਅਨ ਸੋਲਜਰਸ ਡਿਸੈਂਡਡ ਔਨ ਬਸ਼ੀਰ ਅਹਿਮਦ ਦਾਰਜ਼ ਹਾਊਸ ਇਨ ਸਾਊਦਰਨ ਕਸ਼ਮੀਰ ਔਨ ਅਗਸਟ 10। ਸਾਰੀ ਡੀਟੇਲ ਹੈ ਕਿ ਕਿਵੇਂ ਉਹਨਾਂ ਦੇ ਦੋ ਜਿਹੜੇ ਬੱਚੇ ਸੀ ਉਹਨਾਂ ਨੂੰ ਪਾਸੇ ਕਰਕੇ ਉਹਨਾਂ ਨੂੰ ਕੁੱਟਿਆ ਗਿਆ ਔਰ ਇਸ ਸਾਰੇ ਦੇ ਵਿੱਚ ਜਿਹੜਾ ਛੋਟਾ ਬ੍ਰਦਰ ਸੀ ਹੂ ਹੈਡ ਜੁਆਇਨਡ ਰਿਬੈਲਸ ਉਹਨਾਂ ਨੇ ਪਰਸੂਏਡਡ ਹਿਮ ਟੂ ਸਰੈਂਡਰ ਔਰ ਐਲਸ ਫੇਸ ਦਾ ਮਿਊਜ਼ਿਕ। ਟੱਬਰ ਨੂੰ ਕਿਹਾ ਵੀ ਉਹਦਾ ਸਰੈਂਡਰ ਕਰਵਾਓ। ਔਰ ਹੁਣ ਨਿਊਯਾਰਕ ਟਾਈਮਜ਼ ਨੇ ਇੰਡੀਅਨ ਨੈਰੇਟਿਵ ਵੀ ਲੈਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਸਾਡੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਨਾਂ ਥੱਲੇ ਸਿਵਿਲੀਅਨਸ ਨੂੰ ਵੀ ਮਾਰਿਆ, ਤਾਂ ਫਿਰ ਇਹ ਸੀ ਉਹ ਮਿਲੀਟੈਂਟਸ ਦੇ ਖਾਤੇ 'ਚ ਕੈਟਾਂ ਬਲੈਕ ਕੈਟਸ ਬਣਾਈਆਂ ਸੀ ਔਰ ਜਦੋਂ ਕਰਦੇ ਉਹਨਾਂ ਦੇ ਹੀ ਬੰਦੇ ਸੀ, ਕਹਿੰਦੇ ਸੀ ਬਲੈਕ ਕੈਟਸ ਨੇ ਕੀਤਾ। ਕਸ਼ਮੀਰ 'ਚ ਵੀ ਨਿਊਯਾਰਕ ਟਾਈਮਜ਼ ਦੀ ਸਟੋਰੀ ਦਾ ਹੀ ਜਿਹੜੀ ਹੈਡਲਾਈਨ ਹੈ, abused by soldiers and militants, Kashmiris face dangers in daily life, ਕਿ ਜੀ ਇਹ ਉਹਨਾਂ ਨੂੰ ਮਿਲੀਟੈਂਟ ਵੀ ਤੰਗ ਕਰਦੇ ਨੇ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਔਰ ਉਹ ਇੱਕ ਸਮਾਲ ਵੀਡੀਓ ਵੀ ਦਿਖਾਈ ਸੀ ਕਿ ਕਿਵੇਂ ਜਿਹੜੇ ਫੌਜੀ ਨੇ ਉਹ ਸੇਬਾਂ ਦੇ ਬਾਗਾਂ ਨੂੰ ਅੱਗ ਲਾ ਰਹੇ ਨੇ ਔਰ ਹੁਣ ਇਹਨਾਂ ਨੇ ਦੇਖਿਆ ਵੀ ਇਹ ਤਾਂ ਗੱਲ ਬਾਹਰ ਚਲੀ ਗਈ, ਉਹਨੂੰ ਵੀ ਹੁਣ ਮਿਲੀਟੈਂਟਸ ਦੇ ਖਾਤੇ 'ਚ ਪਾਉਂਦੇ ਆ। ਇੰਡੀਆ ਟੁਡੇ ਦੀ ਸਟੋਰੀ ਸੀ, ਟੈਰਰਿਸਟ ਟਾਰਗੇਟ ਐਪਲ ਆਰਚਰਡਸ ਇਨ ਸਾਊਥ ਕਸ਼ਮੀਰ ਟੂ ਡਿਸਰਪਟ ਬਿਜ਼ਨੈਸਿਸ। ਔਰ ਉਹਦੇ 'ਚ ਕਹਿ ਰਹੇ ਨੇ ਜੀ ਇਹ ਜਿਹੜਾ ਕੰਮ ਹੈ ਇਹ ਮਿਲੀਟੈਂਟ ਕਰ ਰਹੇ ਨੇ। ਇਹ ਮਿਲੀਟੈਂਟ ਕੱਲ ਨੂੰ ਕਹਿਣਗੇ ਜੀ ਜਿਹੜੀ ਫੌਜ ਦੀ ਵਰਦੀ ਪਾਈ ਸੀ ਇਹ ਮਿਲੀਟੈਂਟਸ ਨੇ ਪਾਈ ਹੋਈ ਹੈ ਔਰ ਉਹ ਜਿਹੜੇ ਨੇ ਐਪਲ ਆਰਚਰਡਸ ਨੂੰ ਡਿਸਟਰੋਏ ਕਰ ਰਹੇ ਨੇ, ਇਹ ਕਹਿ ਕੇ ਕਿ ਜੀ ਇਹ ਤੁਸੀਂ ਬਿਲਕੁਲ ਬਿਜ਼ਨਸ ਨਾ ਕਰੋ, ਬੰਦ ਰੱਖੋ। ਸੋ ਅਸੀਂ ਅਗੇਨ ਜਿਵੇਂ ਅਸੀਂ ਸਮਝਦੇ ਹਾਂ ਵੀ ਹਾਂ ਦਾ ਨਾਰਾ ਹੀ ਅਸੀਂ ਮਾਰ ਸਕਦੇ ਹਾਂ, ਪਰ ਜਿੱਥੇ ਜਿੱਥੇ ਵੀ ਕੋਈ ਵੀ ਐਕਟੀਵਿਟੀ ਕਸ਼ਮੀਰੀਆਂ ਦੇ ਹੱਕਾਂ ਦੇ ਲਈ ਹੈ ਉਹਦੇ 'ਚ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਇਹ ਅਪੀਲ ਕਰਾਂਗੇ ਕਿ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ। ਔਰ ਪਹਿਲਾ ਚੈਲੰਜ ਹਿਊਸਟਨ ਦੇ ਵਿੱਚ ਹੈ ਜਿੱਥੇ ਵੱਡੀ ਗਿਣਤੀ ਸਿੱਖ ਸੰਗਤਾਂ, ਔਰ ਜਿਵੇਂ ਡੈਲਸ ਵੀ ਮੇਰੀ ਵੀਰ ਕਸ਼ਮੀਰ ਸਿੰਘ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਦੱਸ ਰਹੇ ਸੀ ਕਿ ਇੱਥੋਂ ਵੀ ਬੱਸਾਂ ਜਾ ਰਹੀਆਂ ਹਨ, 200-250 ਮੀਲ ਦੂਰ ਹੈ। ਉਹਨਾਂ ਨੇ ਕਿਹਾ ਜੀ 200-250 ਬੰਦਾ ਸਾਡਾ ਇੱਥੋਂ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਕੁਆਇਟ ਪਾਵਰਫੁਲ ਇੰਪ੍ਰੈਸਿਵ ਸ਼ੋ ਆਫ ਸਟਰੈਂਥ ਹੋਏਗਾ ਇਸ ਨਾਜ਼ੀ ਮੋਦੀ ਦੀ ਸਰਕਾਰ ਦੇ ਖਿਲਾਫ ਕਸ਼ਮੀਰੀਆਂ ਔਰ ਸਿੱਖਾਂ ਦੇ ਹੱਕਾਂ ਦੇ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕਸ਼ਮੀਰ ਮੁੱਦੇ ਤੇ ਇੰਨੀਆਂ ਸਾਰੀਆਂ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਸੋ ਇੱਥੇ ਲੈਣੇ ਬ੍ਰੇਕ। ਭੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਜਨਰੇਟ ਕਰੋ। ਜਨਰੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।